जी का खालसा वाहिगुरु जी की फतेह। चौपाई सतनाम श्री वाहिगुरु साहिब जी। चौपाई तो मुगलन ने चौकी बहाली, तो मुगलन ने चौकी बहाली। जकरिया खान लाहौर दा नवाब, ਉਹਨੇ एक सभा ਨੂੰ ਮੰਗਾਇਆ। दरबार ਦੇ ਵਿੱਚ ਉਹਦੇ ਵਜ਼ੀਰ, ਕਾਜੀ ਅਤੇ ਹੋਰ ਉਹਦੇ ਪਹੁੰਚੇ ਹੋਏ ਚੌਧਰੀ ਸਭਾ ਦੇ ਵਿੱਚ ਆਏ, ਜਿਹਦੇ ਵਿੱਚ ਸਿੱਖਾਂ ਦੇ ਬਾਰੇ ਗੱਲ ਕੀਤੀ ਗਈ। ਇਹਨਾਂ ਨੂੰ ਆਪਾਂ ਖਤਮ ਕਰਨ ਵਾਸਤੇ ਪੂਰਾ ਜ਼ੋਰ ਲਾ ਦਿੱਤਾ ਹੈ। ਇਹਨਾਂ ਦਾ ਖੁਰਾ ਖੋਸ਼ ਮਿਟਾਉਣ ਵਾਸਤੇ ਆਪਾਂ ਹਰੇਕ ਚਾਲ ਚੱਲ ਲਈ ਹੈ। ਬੇਅੰਤ ਇਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ। ਬੇਅੰਤ ਸਿੱਖਾਂ ਨੂੰ ਆਪਾਂ ਮਾਰ ਦਿੱਤਾ ਹੈ, ਪਰ ਫਿਰ ਵੀ ਇਹ ਸਿੱਖ ਖਤਮ ਹੋਣ ਦਾ ਨਾਮ ਨਹੀਂ ਲੈਂਦੇ। ਇਹਨਾਂ ਦੀ ਗਿਣਤੀ ਵਿੱਚ ਘਾਟਾ ਨਹੀਂ ਪੈਂਦਾ, ਸਗੋਂ ਵਾਧਾ ਹੀ ਹੁੰਦਾ ਜਾਂਦਾ ਹੈ। ਉਹਦਾ ਕਾਰਨ ਕੀ ਹੈ? ਤੇ ਕਾਜ਼ੀਆਂ ਨੇ ਦੱਸਿਆ ਨਵਾਬ ਸਾਹਿਬ, ਉਹਦਾ ਕਾਰਨ ਹੈ ਅੰਮ੍ਰਿਤਸਰ ਧਰਤੀ ਤੇ ਬਣਿਆ ਹੋਇਆ ਅੰਮ੍ਰਿਤ ਸਰੋਵਰ ਅਤੇ ਇਹਨਾਂ ਦੀ ਬਾਣੀ, ਜੋ ਇਹਨਾਂ ਦਾ ਗੁਰੂ ਇਹਨਾਂ ਨੂੰ ਕਲਾਮ ਦੇ ਕੇ ਗਿਆ ਹੈ। ਜਿੰਨਾ ਚਿਰ ਤੱਕ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਰਹਿਣਗੇ, ਬਾਣੀ ਨੂੰ ਪੜ੍ਹਦੇ ਰਹਿਣਗੇ, ਉਹਨਾਂ ਚਿਰ ਤੱਕ ਇਹਨਾਂ ਨੂੰ ਖਤਮ ਕਰਨਾ ਬੜਾ ਔਖਾ ਹੈ। ਜੇ ਇਹਨਾਂ ਨੂੰ ਖਤਮ ਕਰਨਾ ਹੈ ਤਾਂ ਬਾਣੀ ਦੇ ਨਾਲੋਂ ਤੋੜ ਦਿੱਤਾ ਜਾਵੇ, ਇਹਨਾਂ ਨੂੰ ਅੰਮ੍ਰਿਤ ਸਰੋਵਰ ਦੇ ਨਾਲੋਂ ਤੋੜ ਦਿੱਤਾ ਜਾਵੇ, ਤਾਂ ਜੋ ਇਹ ਆਪਣੇ ਆਪ ਹੀ ਖਤਮ ਹੋ ਜਾਣ। ਇਹਨਾਂ ਦਾ ਖੁਰਾ ਖੋਸ਼ ਆਪਣੇ ਆਪ ਹੀ ਮਿਟ ਜਾਵੇਗਾ। ਕੱਲ ਵੀ ਬੇਨਤੀ ਕੀਤੀ ਸੀ, ਭਾਵੇਂ ਉਸ ਵਕਤ ਸਰਕਾਰ ਨੇ ਇਹ ਚਾਲਾਂ ਚੱਲੀਆਂ ਪਰ ਸਿੱਖਾਂ ਨੂੰ ਖਤਮ ਨਹੀਂ ਕਰ ਪਾਏ। ਪਰ ਅੱਜ ਵਰਤਮਾਨ ਦੇ ਵਿੱਚ ਸਰਕਾਰ ਹਰੇਕ ਚਾਲ ਚੱਲ ਰਹੀ ਹੈ ਤੇ ਸਿੱਖ ਜਿਹੜਾ ਹੈ ਉਹਨਾਂ ਦੀ ਹਰੇਕ ਚਾਲ ਦਾ ਸ਼ਿਕਾਰ ਬਣ ਰਿਹਾ ਹੈ। ਸਿੱਖ ਬਾਣੀ ਦੇ ਨਾਲੋਂ ਵੀ ਟੁੱਟ ਰਿਹਾ ਹੈ, ਸਿੱਖ ਬਾਣੀ ਦੇ ਨਾਲੋਂ ਵੀ ਟੁੱਟਦਾ ਜਾ ਰਿਹਾ ਹੈ ਤੇ ਸਿੱਖ ਅੰਮ੍ਰਿਤ ਸਰੋਵਰਾਂ ਦੇ ਨਾਲੋਂ ਵੀ ਟੁੱਟਦਾ ਜਾ ਰਿਹਾ ਹੈ। ਤੇ ਸਿੱਖ ਆਪਣੇ ਆਪ ਹੀ ਜਦੋਂ ਇਹਨਾਂ ਚੀਜ਼ਾਂ ਦੇ ਨਾਲੋਂ ਟੁੱਟ ਗਿਆ ਤੇ ਆਪਣੇ ਆਪ ਹੀ ਸਿੱਖ ਜਿਹੜਾ ਉਹ ਖਤਮ ਹੋ ਜਾਵੇਗਾ। ਇਹ ਸਰਕਾਰ ਦੀ ਚਾਲ ਹੈ ਅਤੇ ਇਸ ਚਾਲ ਨੂੰ ਆਪਾਂ ਨੂੰ ਸਮਝਣਾ ਚਾਹੀਦਾ ਹੈ ਤੇ ਇਹ ਜਿਹੜੀ ਸਰਕਾਰ ਚਾਲ ਚੱਲਦੀ ਹੈ ਉਹਨਾਂ ਦੀ ਚਾਲ ਨੂੰ ਫੇਲ ਕੀਤਾ ਜਾਵੇ, ਤਾਂ ਜੋ ਸਾਨੂੰ ਜਿਹੜਾ ਉਹ ਕਲਾਵੇ ਵਿੱਚ ਲੈਣਾ ਚਾਹੁੰਦੇ ਹਨ, ਸਾਡੀ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਹਨ, ਗੁਰੂ ਨਾਨਕ ਦੇ ਘਰ ਦੀ ਫੁਲਵਾੜੀ ਨੂੰ ਖਤਮ ਕਰਨਾ ਚਾਹੁੰਦੇ ਹਨ, ਉਹਨਾਂ ਦੇ ਇਹ ਇਰਾਦੇ, ਉਹਨਾਂ ਦੀਆਂ ਇਹ ਚਾਲਾਂ ਸਫਲ ਕਦੇ ਵੀ ਨਾ ਹੋਣ। ਉਹਦਾ ਇੱਕੋ ਹੱਲ ਹੈ, ਆਪਾਂ ਵੱਧ ਤੋਂ ਵੱਧ ਬਾਣੀ ਨੂੰ ਪੜ੍ਹੀਏ, ਵੱਧ ਤੋਂ ਵੱਧ ਬਾਣੀ ਦੇ ਧਾਰਨੀ ਬਣੀਏ ਅਤੇ ਵੱਧ ਤੋਂ ਵੱਧ ਆਪਣੇ ਇਤਿਹਾਸ ਤੋਂ ਜਾਣੂ ਹੋਈਏ। ਜਦੋਂ ਇਹਨਾਂ ਚੀਜ਼ਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਧਾਰ ਲਿਆ ਤੇ ਫਿਰ ਕੋਈ ਵੀ ਸੰਸਾਰ ਦੇ ਉੱਤੇ ਤਾਕਤ ਨਹੀਂ ਕਿ ਸਿੱਖ ਨੂੰ ਖਤਮ ਕਰ ਸਕੇ। ਫਿਰ ਭਾਵੇਂ ਜਿੰਨੀਆਂ ਮਰਜ਼ੀ ਚਾਲਾਂ ਚੱਲੀ ਜਾਣ, ਸਿੱਖ ਨੂੰ ਫਿਰ ਖਤਮ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਿੱਖ ਅੰਦਰੋਂ ਜਾਗਰੂਕ ਹੋ ਜਾਵੇਗਾ, ਅੰਦਰੋਂ ਗਿਆਨੀ ਹੋ ਜਾਵੇਗਾ। ਉਹਨੂੰ ਸਮਝ ਆ ਜਾਵੇਗੀ ਕਿ ਜਿਹੜੀ ਸਰਕਾਰ ਚਾਲ ਚੱਲ ਰਹੀ ਹੈ ਉਹ ਕਿਸ ਇਰਾਦੇ ਦੇ ਨਾਲ ਚੱਲ ਰਹੀ ਹੈ ਤੇ ਕਿਉਂ ਚੱਲ ਰਹੀ ਹੈ ਤੇ ਕਿਵੇਂ ਚੱਲ ਰਹੀ ਹੈ। ਇਹ ਸਮਝ ਆ ਜਾਵੇਗੀ ਜਦੋਂ ਸਿੱਖ ਆਪਣੇ ਆਪ ਅੰਦਰੋਂ ਜਾਗਰੂਕ ਹੋ ਗਿਆ, ਅੰਦਰੋਂ ਸਮਝਦਾਰ ਹੋ ਗਿਆ, ਅੰਦਰੋਂ ਗਿਆਨੀ ਬਣ ਗਿਆ। ਤੇ ਉਹ ਗਿਆਨੀ ਬਣਿਆ ਤਾਂ ਹੀ ਜਾ ਸਕਦਾ ਹੈ ਜੇ ਸਿੱਖ ਬਾਣੀ ਦੇ ਬਾਣੇ ਦੇ ਧਾਰਨੀ ਰਹੇਗਾ। ਜਿੰਨਾ ਚਿਰ ਤੱਕ ਬਾਣੀ ਤੇ ਬਾਣੇ ਦਾ ਧਾਰਨੀ ਨਹੀਂ, ਭਾਵੇਂ ਸਿੱਖ ਆਪਣੇ ਆਪ ਨੂੰ ਕਹੀ ਜਾਂਦਾ ਹੈ ਕਿ ਮੈਂ ਸਿੱਖ ਹਾਂ, ਪਰ ਉਹ ਅੰਦਰੋਂ ਜਾਗਰੂਕ ਨਹੀਂ ਹੋ ਸਕਦਾ, ਉਹ ਸਰਕਾਰ ਦੀਆਂ ਚਾਲਾਂ ਨੂੰ ਵੀ ਨਹੀਂ ਸਮਝ ਸਕਦਾ ਜਿੰਨਾ ਚਿਰ ਤੱਕ ਸਿੱਖ ਅੰਦਰੋਂ ਜਾਗੇਗਾ ਨਹੀਂ। ਇਸੇ ਕਰਕੇ ਤੇ ਸਤਿਗੁਰੂ ਬਾਣੀ ਵਿੱਚ ਬਚਨ ਕਹਿੰਦੇ, ਜਾਗੋ ਜਾਗੋ ਸੁਤਿਓ ਚੱਲਿਆ ਵਣਜਾਰਾ। ਇਹ ਸੰਸਾਰ ਦੇ ਲੋਕੋ ਅੰਦਰੋਂ ਜਾਗੋ, ਇਹ ਸਿੱਖ ਅੰਦਰੋਂ ਜਾਗ, ਤਾਂ ਜੋ ਤੂੰ ਸਰਕਾਰ ਦੀਆਂ ਚਾਲਾਂ ਦਾ ਵਿਚਕਾਰ ਨਾ ਬਣ ਸਕੇ। ਇਹ ਵਰਤਮਾਨ ਦੀ ਸਾਡੀ ਹਾਲਤ ਹੈ ਕਿ ਅਸੀਂ ਸਰਕਾਰ ਦੀ ਹਰੇਕ ਚਾਲ ਨੂੰ ਸਮਝ ਨਹੀਂ ਪਾ ਰਹੇ।
ਅਤੇ ਸਰਕਾਰ ਦੇ ਕਲਾਵੇ ਵਿੱਚ ਆ ਕੇ ਅਸੀਂ ਬਾਣੀ ਤੇ ਬਾਣੇ ਦੇ ਨਾਲੋਂ ਗੁਰੂ ਧਾਮਾਂ ਦੇ ਨਾਲੋਂ ਦੂਰ ਹੁੰਦੇ ਜਾ ਰਹੇ ਹਾਂ। ਅੱਜ ਜੇ ਗੁਰਦੁਆਰੇ ਆਈਦਾ ਵੀ ਹੈ ਤੇ ਸਿਰਫ ਸਾਡੇ ਵਾਸਤੇ ਮੱਥਾ ਟੇਕਣ ਤੱਕ ਸੀਮਤ ਹਾਂ ਤੇ ਜਾਂ ਪ੍ਰਸ਼ਾਦਾ ਛਕਣ ਤੱਕ ਸੀਮਤ ਹਾਂ। ਮੱਥਾ ਟੇਕ ਲਿਆ, ਪ੍ਰਸ਼ਾਦਾ ਛਕ ਲਿਆ ਤੇ ਬਸ ਸਾਡਾ ਫਰਜ਼ ਪੂਰਾ ਹੋ ਗਿਆ। ਜਦੋਂ ਸਤਿਗੁਰ ਜੀ ਦੀ ਬਾਣੀ ਪੜਾਂਗੇ ਤੇ ਸਤਿਗੁਰ ਜੀ ਉਸ ਮੱਥੇ ਨੂੰ ਕਦੀ ਵੀ ਸਵੀਕਾਰ ਨਹੀਂ ਕਰਦੇ ਜਿਹੜਾ ਮੱਥਾ ਸਿਰਫ ਇੱਕ ਵਿਖਾਵੇ ਮਾਤਰ ਹੈ। ਉਹਦੀ ਤੁਲਨਾ ਸਤਿਗੁਰੂ ਜੀ ਨੇ ਇੱਕ ਸ਼ਿਕਾਰੀ ਦੇ ਨਾਲ ਝੁਕਣ ਦੇ ਨਾਲ ਕੀਤੀ ਹੋਈ ਹੈ। ਸਤਿਗੁਰੂ ਜੀ ਦਾ ਇੱਕ ਬਚਨ ਵੀ ਆਉਂਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਨੁੱਖ ਸੋਚਦਾ ਮੈਂ ਆਪਣੇ ਗੁਰੂ ਅੱਗੇ ਝੁਕਿਆ ਹੋਇਆ ਹਾਂ, ਮਨ ਕਰਕੇ ਝੁਕਿਆ ਨਹੀਂ, ਸਰੀਰ ਕਰਕੇ ਝੁਕਿਆ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਸਰੀਰ ਕਰਕੇ ਝੁਕ ਰਿਹਾ ਹੈ ਉਹ ਤੇ ਏਦਾਂ ਹੈ ਜਿਵੇਂ ਇੱਕ ਸ਼ਿਕਾਰੀ ਇੱਕ ਹਿਰਨ ਦਾ ਸ਼ਿਕਾਰ ਕਰ ਰਿਹਾ ਹੋਵੇ। ਕਿਉਂਕਿ ਜਦੋਂ ਕੋਈ ਸ਼ਿਕਾਰੀ ਸ਼ਿਕਾਰ ਕਰਦਾ ਹੈ ਤਾਂ ਉਹ ਪੂਰਾ ਝੁਕ ਕੇ ਕਰਦਾ ਹੈ, ਨਿਸ਼ਾਨਾ ਬੰਨ ਕੇ ਕਰਦਾ ਹੈ, ਪੂਰਾ ਝੁਕਿਆ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਬਸ ਜੇ ਮਨ ਅੱਗੇ ਅੰਦਰੋਂ ਝੁਕਿਆ ਨਹੀਂ ਤਾਂ ਸਰੀਰ ਝੁਕਿਆ ਹੋਇਆ ਹੈ ਤਾਂ ਉਹ ਸਮਝ ਲਵੋ ਕਿ ਇੱਕ ਸ਼ਿਕਾਰੀ ਦੇ ਵਾਂਗੂ ਜਿਵੇਂ ਸ਼ਿਕਾਰ ਕੀਤਾ ਜਾ ਰਿਹਾ ਹੈ ਉਦਾਂ ਉਹਦਾ ਮੱਥਾ ਟੇਕਿਆ ਹੋਇਆ, ਉਦਾਂ ਉਹਦਾ ਝੁਕਿਆ ਹੋਇਆ ਹੈ। ਤੇ ਸਤਿਗੁਰੂ ਜੀ ਕਹਿੰਦੇ ਹੈ ਮਨੁੱਖ ਜਿੰਨਾ ਚਿਰ ਤੱਕ ਤੂੰ ਮਨ ਕਰਕੇ ਨਹੀਂ ਝੁਕਦਾ, ਕਿਉਂਕਿ ਮਨ ਵਿੱਚ ਹੈ ਸਤਿਗੁਰ ਕੇ ਪਾਸ ਨੂੰ ਤਨ ਦੀ ਤੇ ਗੱਲ ਹੀ ਕੋਈ ਨਹੀਂ ਆਈ। ਤਨ ਨੇ ਤੇ ਆਪਣੇ ਆਪ ਹੀ ਝੁਕ ਜਾਣਾ ਹੈ। ਜਦੋਂ ਮਨ ਝੁਕ ਗਿਆ ਸਤਿਗੁਰੂ ਜੀ ਕਹਿੰਦੇ ਮਨ ਤੇਰਾ ਝੁਕ ਨਹੀਂ ਰਿਹਾ, ਤਨ ਨੂੰ ਤੂੰ ਬਾਰ-ਬਾਰ ਝੁਕਾ ਰਿਹਾ ਵਾ ਤੇ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਗੁਰੂ ਦਾ ਸਿੱਖ ਹਾਂ। ਇਹ ਮੇਰਾ ਸਿੱਖ ਨਹੀਂ ਹੈ। ਮੇਰਾ ਸਿੱਖ ਤੇ ਉਹ ਹੈ ਜਿਹੜਾ ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕੋ ਕਰ ਕਛ ਨਾ ਜਨਾਵੈ। ਜਿਹੜਾ ਆਪਣੇ ਆਪ ਨੂੰ ਕੁਝ ਨਹੀਂ ਜਨਾਉਂਦਾ, ਜੋ ਕੁਝ ਕਹਿੰਦਾ ਮੇਰਾ ਗੁਰੂ ਹੀ ਹੈ, ਜਿਨੇ ਆਪਣਾ ਮਨ ਸਮਰਪਿਤ ਕੀਤਾ ਹੋਇਆ। ਕਿਉਂਕਿ ਮਨ ਸਮਰਪਿਤ ਕਰਨ ਤੋਂ ਬਿਨਾਂ ਸਿੱਖ ਬਣਿਆ ਹੀ ਨਹੀਂ ਜਾ ਸਕਦਾ। ਇਸ ਕਰਕੇ ਸਤਿਗੁਰੂ ਕਹਿੰਦੇ ਹਨ ਕਿ ਜੇ ਮੇਰਾ ਸਿੱਖ ਬਣਨਾ ਹੈ ਸਿਰਫ ਬਾਹਰੀ ਤੌਰ ਤੇ ਮੱਥਾ ਟੇਕੀ ਜਾਣਾ ਜਾਂ ਬਾਹਰੀ ਤੌਰ ਤੇ ਵਿਖਾਵੇ ਦਾ ਝੁਕੀ ਜਾਣਾ, ਇਹ ਤੇਰਾ ਮੇਰੇ ਘਰ ਦੇ ਵਿੱਚ ਕਬੂਲ ਨਹੀਂ। ਭਾਵੇਂ ਦੁਨੀਆ ਨੂੰ ਇਹ ਕਬੂਲ ਹੈ, ਦੁਨੀਆ ਨੇ ਇਸ ਚੀਜ਼ ਨੂੰ ਮੰਨਿਆ ਹੋਇਆ ਹੈ, ਪਰ ਗੁਰੂ ਨਾਨਕ ਦਾ ਘਰ ਇਸ ਚੀਜ਼ ਨੂੰ ਨਹੀਂ ਮੰਨਦਾ। ਸਤਿਗੁਰੂ ਜੀ ਕਹਿੰਦੇ ਜਿਵੇਂ ਇੱਕ ਸ਼ਿਕਾਰੀ ਝੁਕ ਕੇ ਸ਼ਿਕਾਰ ਕਰ ਰਿਹਾ ਹੈ, ਇਹਦੇ ਝੁਕਣਾ ਬਸ ਉਸ ਸ਼ਿਕਾਰੀ ਦੀ ਤਰ੍ਹਾਂ ਹੈ। ਤੇ ਸਤਿਗੁਰੂ ਕਹਿੰਦੇ ਹਨ ਕਿ ਮਨੁੱਖ ਜੇ ਤੂੰ ਝੁਕਣਾ ਹੀ ਹੈ ਫਿਰ ਮਨ ਕਰਕੇ ਝੁਕ। ਜਦੋਂ ਮਨ ਕਰਕੇ ਝੁਕ ਜਾਵੇਗਾ ਤੂੰ ਤਨ ਕਰਕੇ ਆਪਣੇ ਆਪ ਹੀ ਮੇਰੇ ਅੱਗੇ ਝੁਕ ਜਾਵੇਗਾ। ਕਿਉਂਕਿ ਜਦੋਂ ਮਨ ਹੀ ਗੁਰੂ ਨੂੰ ਸਮਰਪਿਤ ਹੋ ਗਿਆ ਤੇ ਫਿਰ ਤਨ ਆਪਣੇ ਆਪ ਹੀ ਝੁਕ ਜਾਵੇਗਾ। ਸਤਿਗੁਰੂ ਜੀ ਕਹਿੰਦੇ ਹਨ ਕਿ ਮਨੁੱਖ ਅੰਦਰੋਂ ਜਾਗ, ਤੇ ਜਿੰਨਾ ਚਿਰ ਆਪਾਂ ਜਾਗੇ ਨਾ ਉਹਨਾਂ ਚਿਰ ਤੱਕ ਵਰਤਮਾਨ ਦੀਆਂ ਸਰਕਾਰਾਂ ਦੇ ਸ਼ਿਕਾਰ ਆਪਾਂ ਹੁੰਦੇ ਹੀ ਰਵਾਂਗੇ। ਪਰ ਆਪਾਂ ਸੀਮਤ ਹਾਂ ਸਿਰਫ ਝੁਕਣ ਤੱਕ ਤੇ ਜਾਂ ਗੁਰੂ ਘਰ ਦੇ ਵਿੱਚ ਲੰਗਰ ਖਾਣ ਤੱਕ। ਤੇ ਜਦੋਂ ਸਤਿਗੁਰੂ ਜੀ ਦੀ ਬਾਣੀ ਪੜਾਂਗੇ, ਸਤਿਗੁਰੂ ਜੀ ਨੇ ਹਰੇਕ ਗੱਲ ਦਾ ਜ਼ਿਕਰ ਬਾਣੀ ਵਿੱਚ ਕੀਤਾ ਹੈ ਤੇ ਬਾਣੀ ਤੋਂ ਬਾਹਰ ਆਪਾਂ ਜਾਂਦੇ ਨਹੀਂ, ਕਿਉਂਕਿ ਬਾਣੀ ਜਿਹੜੀ ਇਸ ਗੱਲ ਦੀ ਗਵਾਹੀ ਭਰਦੀ ਹੈ। ਸਤਿਗੁਰੂ ਜੀ ਕਹਿੰਦੇ ਪ੍ਰਸ਼ਾਦਾ ਪਾਣੀ ਛਕਣਾ ਮਾੜੀ ਗੱਲ ਨਹੀਂ, ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਛਕ, ਪਰ ਸਰੀਰ ਕਰਕੇ ਜੇ ਛਕਦਿਆਂ ਵਾ ਉਹਦੇ ਤੈਨੂੰ ਸਰੀਰ ਨੂੰ ਤਾਕਤ ਮਿਲ ਰਹੀ ਹੈ, ਮਨ ਨੂੰ ਉਹਨੂੰ ਕੋਈ ਤਾਕਤ ਨਹੀਂ ਮਿਲਣੀ। ਕਿਉਂਕਿ ਮਨ ਦਾ ਪ੍ਰਸ਼ਾਦਾ ਪਾਣੀ ਹੈ, ਲੰਗਰ ਚੱਲੈ ਗੁਰ ਸ਼ਬਦ ਹਰ ਟੋਟ ਨਾ ਆਵੇ ਖੱਟੀ ਹੈ। ਮਨ ਦਾ ਜਿਹੜਾ ਲੰਗਰ ਹੈ ਉਹ ਸ਼ਬਦ ਰੂਪੀ ਲੰਗਰ ਹੈ, ਉਹ ਛਕਣ ਵਾਸਤੇ ਮਨੁੱਖ ਤਿਆਰ ਨਹੀਂ। ਤੇ ਜਿਹੜਾ ਤਨ ਦਾ ਲੰਗਰ ਹੈ ਉਹ ਘਰੇ ਵੀ ਛਕੀ ਜਾਂਦਾ ਹੈ, ਬਾਹਰ ਵੀ ਛਕੀ ਜਾਂਦਾ ਹੈ, ਗੁਰੂ ਘਰ ਦੇ ਵਿੱਚ ਵੀ ਛਕੀ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਪ੍ਰਸ਼ਾਦਾ ਪਾਣੀ ਛਕਣਾ ਮਾੜੀ ਗੱਲ ਨਹੀਂ, ਪਰ ਜਿਹਦੇ ਨਾਲ ਤੂੰ ਜਾਗਰੂਕ ਹੋਣਾ ਹੈ ਉਹ ਹੈ ਮਨ ਦੀ ਖੁਰਾਕ। ਤੇ ਮਨ ਦੀ ਖੁਰਾਕ ਕੇਵਲ ਤੇ ਕੇਵਲ ਸ਼ਬਦ ਦਾ ਗੁਰੂ ਹੈ, ਗੁਰੂ ਦਾ ਸ਼ਬਦ ਹੈ। ਉਹਨੂੰ ਛਕ ਕੇ ਆਪਣੇ ਆਪ ਨੂੰ ਜਾਗਰੂਕ ਕਰ ਤਾਂ ਜੋ ਤੈਨੂੰ ਸਾਰੀ ਸਮਝ ਆ ਜਾਵੇ ਇਹ ਸਾਡੇ ਵਰਤਮਾਨ ਦੇ ਹਾਲਤ ਹਨ। ਤੇ ਵਰਤਮਾਨ ਵਿੱਚ ਸਾਨੂੰ ਜਾਗਰੂਕ ਕਰਨ ਵਾਸਤੇ ਗੁਰੂ ਸਾਨੂੰ ਉਪਦੇਸ਼ ਇਸ ਢੰਗ ਤਰੀਕੇ ਨਾਲ ਦੇ ਰਿਹਾ ਹੈ। ਮੁਗਲ ਸਰਕਾਰ ਉਸ ਸਮੇਂ ਦੀ ਸਰਕਾਰ ਜਿਹਨੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਹਰੇਕ ਚਾਲ ਚੱਲੀ। ਤੇ ਜਦੋਂ ਸਿੱਖਾਂ ਨੂੰ ਹਰਮੰਦਰ ਸਾਹਿਬ ਦੇ ਨਾਲ ਤੋੜਨ ਦਾ ਯਤਨ ਕੀਤਾ,
ਪਾਣੀ ਸਰੋਵਰਾਂ ਦੇ ਨਾਲ ਤੋੜਨ ਦਾ ਯਤਨ ਕੀਤਾ ਤੇ ਬਹੁਤ ਸਾਰੀ ਫੌਜ ਜ਼ਕਰੀਆ ਖਾਨ ਨੇ ਅੰਮ੍ਰਿਤਸਰ ਦੀ ਧਰਤੀ ਤੇ ਲਾ ਦਿੱਤੀ। ਇੱਥੋਂ ਤੱਕ ਜਿਹੜੀ ਫੌਜ ਉੱਥੇ ਲੱਗੀ ਤਾਂ ਮੁਗਲਾਂ ਨੇ ਚੌਂਕੀ ਬਹਾਲੀ, ਉੱਥੇ ਚੌਂਕੀਆਂ ਬਿਠਾ ਦਿੱਤੀਆਂ ਗਈਆਂ ਪੁਲਿਸ ਦੀਆਂ, ਤਾਂ ਜੋ ਕੋਈ ਵੀ ਸਿੱਖ ਨਾ ਦਿਨੇ ਤੇ ਨਾ ਰਾਤ ਬਰਾਤੇ ਅੰਮ੍ਰਿਤਸਰ ਦੀ ਧਰਤੀ ਤੇ ਆ ਸਕੇ, ਅੰਮ੍ਰਿਤਸਰ ਵਿੱਚ ਇਸ਼ਨਾਨ ਕਰ ਸਕੇ, ਗੁਰੂ ਘਰ ਦੇ ਦਰਸ਼ਨ ਕਰ ਸਕੇ। ਰਾਤੀ ਬਹਿਨ ਘਰੇ ਰਖਵਾਲੀ, ਰਾਤੀ ਬਹਿਨ ਘਰੇ ਰਖਵਾਲੀ, ਰਾਤ ਵੀ ਪਰਿਕਰਮਾ ਦੇ ਵਿੱਚ ਫੌਜ ਬੈਠੀ ਹੋਈ ਹੈ ਤੇ ਦਿਨ ਵੇਲੇ ਵੀ ਫੌਜ ਤੈਨਾਤ ਕੀਤੀ ਹੋਈ ਹੈ, ਭਾਵ ਕਿ 24 ਘੰਟੇ ਹੀ ਸ਼ਿਫਟਾਂ ਦੇ ਵਿੱਚ ਫੌਜ ਨਿਗਰਾਨੀ ਕਰ ਰਹੀ ਹੈ ਕਿ ਕਿਸੇ ਵੀ ਹਾਲਤ ਵਿੱਚ ਕੋਈ ਵੀ ਸਿੱਖ ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਨਾ ਕਰ ਸਕੇ। ਤਾਂ ਤੁਰਕਨ ਨੇ ਬੁਰਜ ਬਣਾਏ। ਇੱਥੋਂ ਤੱਕ ਤੁਰਕ ਫੌਜਾਂ ਨੇ ਅੰਮ੍ਰਿਤਸਰ ਸਰੋਵਰ ਦੇ ਚੌਵੇਂ ਬੰਨੇ ਵੱਡੇ ਵੱਡੇ ਬੁਰਜ ਵੀ ਲਾ ਲਏ, ਤਾਂ ਜੋ ਜੇ ਕੋਈ ਸਿੱਖ ਦੂਰੋਂ ਆਉਂਦਾ ਦਿਖਾਈ ਦਵੇ ਉਹਨੂੰ ਗੋਲੀ ਦੇ ਨਾਲ ਦੂਰੋਂ ਹੀ ਮਾਰ ਦਿੱਤਾ ਜਾ ਸਕੇ। ਚਾਰੋਂ ਔਰ ਬੰਦੂਕਚੀ ਬਹਾਏ, ਚੌਵੇਂ ਬੰਨਿਆਂ ਤੋਂ ਮੁਗਲ ਸਰਕਾਰ ਨੇ ਬੰਦੂਕਚੀ ਬਿਠਾ ਦਿੱਤੇ ਹਨ। ਜਹ ਅੰਮ੍ਰਿਤ ਹਿਲ ਖੜਕੋ ਹੋਏ। ਭਾਈ ਰਤਨ ਸਿੰਘ ਜੀ ਕਹਿੰਦੇ ਇੱਥੋਂ ਤੱਕ ਇਹਨਾਂ ਉਹਨਾਂ ਨੂੰ ਸਾਵਧਾਨ ਕੀਤਾ ਹੋਇਆ ਫੌਜੀਆਂ ਨੂੰ ਕਿ ਜੇ ਪਾਣੀ ਵੀ ਅੰਮ੍ਰਿਤ ਸਰੋਵਰ ਦਾ ਹਿੱਲੇ ਜਾਂ ਜਲ ਵੀ ਅੰਮ੍ਰਿਤ ਸਰੋਵਰ ਦਾ ਹਿੱਲੇ ਤਾਂ ਤੁਸੀਂ ਜਿੱਥੋਂ ਜਲ ਹਿੱਲ ਰਿਹਾ ਹੈ ਉਸ ਜਗ੍ਹਾ ਤੇ ਗੋਲੀਆਂ ਮਾਰਨ ਲੱਗ ਪੈਣੀਆਂ ਹਨ, ਤਾਂ ਜੋ ਉੱਥੇ ਜਿਹੜਾ ਇਸ਼ਨਾਨ ਕਰ ਰਿਹਾ ਉਹ ਉੱਥੇ ਗੋਲੀਆਂ ਖਾ ਕੇ ਮਰ ਜਾਵੇ। ਤੇ ਮੁਗਲ ਸਰਕਾਰ ਜਦੋਂ ਵੀ ਕਿਤੇ ਰਾਤ ਨੂੰ ਜਲ ਹਿਲਦਾ ਹੈ ਜਾਂ ਉੱਥੋਂ ਦਾ ਪਾਣੀ ਹਿਲਦਾ ਹੈ ਤਾਂ ਜਿਹੜੀ ਮੁਗਲ ਸਰਕਾਰ ਹੈ ਉਹ ਗੋਲੀਆਂ ਮਾਰਨ ਲੱਗ ਪੈਂਦੀ ਹੈ, ਤਾਂ ਜੋ ਜਿਹੜਾ ਰਾਤ ਬਰਾਤੇ ਸਿੱਖ ਸਾਡੇ ਕੁਝ ਲੋਕ ਛਿਪ ਕੇ ਇਸ਼ਨਾਨ ਕਰ ਰਿਹਾ ਹੈ ਉਹਨੂੰ ਉੱਥੇ ਹੀ ਗੋਲੀਆਂ ਦੇ ਨਾਲ ਮਾਰਿਆ ਜਾ ਸਕੇ। ਮਾਰੇ ਸਲਕ ਬੰਦੂਕਨ ਸੋਈ, ਮਾਰੇ ਸਲਕ ਬੰਦੂਕਨ ਸੋਈ। ਰਾਤ ਨੂੰ ਖੜਕਾ ਹੁੰਦਾ ਹੈ ਜੇ ਕਿਸੇ ਬੰਨੇ ਤਾਂ ਉਧਰ ਨੂੰ ਵੀ ਜਿਹੜੇ ਫੌਜੀ ਰਾਤ ਨੂੰ ਗੋਲੀਆਂ ਮਾਰਨ ਲੱਗ ਪੈਂਦੇ ਹਨ। ਤੌਸਿਫ ਹੌਲੀ ਹੌਲੀ ਨਾਏ, ਤੌਸਿਫ ਹੌਲੀ ਹੌਲੀ ਨਾਏ। ਪਰ ਸਿੱਖ ਗੁਰੂ ਦੇ ਸਿੱਖ ਜਿਹੜੇ ਹਨ, ਗੁਰੂ ਦਾ ਖਾਲਸਾ ਜਿਹੜਾ ਹੈ ਉਹ ਕਦੋਂ ਕਿਸੇ ਤੋਂ ਡਰਨ ਲੱਗਾ, ਭਾਵੇਂ ਕਿੰਨੀ ਵੀ ਸਖਤਾਈ ਹੋਵੇ, ਕਿੱਡਾ ਵੱਡਾ ਵੀ ਪ੍ਰਬੰਧ ਹੋਵੇ, ਸਿੱਖ ਜਿਹੜੇ ਹਨ ਆਪਣੇ ਗੁਰੂ ਘਰ ਦੇ ਨਾਲੋਂ ਟੁੱਟੇ ਨਹੀਂ ਹਨ। ਉਹਨਾਂ ਦਿਨਾਂ ਦੇ ਵਿੱਚ, ਅੱਜ ਦੀ ਗੱਲ ਨਹੀਂ, ਉਹਨਾਂ ਦਿਨਾਂ ਦੇ ਵਿੱਚ ਭਾਵੇਂ ਪੂਰੀ ਸਖਤਾਈ ਹੈ, ਪੂਰਾ ਪਹਿਰਾ ਹੈ, ਪੂਰਾ ਪ੍ਰਬੰਧ ਹੈ ਸਰਕਾਰ ਦਾ, ਪਰ ਸਿੱਖ ਗੁਰੂ ਘਰ ਦੇ ਨਾਲੋਂ ਨਹੀਂ ਟੁੱਟੇ। ਭਾਵੇਂ ਇੱਕਾ ਦੁੱਕਾ ਸਿੱਖ ਅੰਮ੍ਰਿਤਸਰ ਦੇ ਘੇਰੇ ਘੇਰੇ ਫਿਰ ਰਿਹਾ ਹੈ, ਇੱਧਰ ਉੱਧਰ ਲੁਕ ਛਿਪ ਕੇ ਦਿਨ ਕੱਟ ਰਿਹਾ ਹੈ, ਪਰ ਗੁਰੂ ਘਰ ਦੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਆ ਕੇ ਉਹ ਦਰਸ਼ਨ ਕਰਦਾ ਹੀ ਕਰਦਾ ਹੈ। ਅਤੇ ਜਦੋਂ ਵੀ ਰਾਤ ਨੂੰ ਆਉਂਦਾ ਹੈ ਜਾਂ ਮੌਕਾ ਮਿਲਦਾ ਹੈ, ਜਦੋਂ ਵੀ ਆ ਕੇ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਜ਼ਰੂਰ ਕਰਦਾ ਹੈ। ਤੌਸਿਫ ਹੌਲੀ ਹੌਲੀ ਨਾਈ, ਇਸ ਤਰੀਕੇ ਦੇ ਨਾਲ ਨਹਾਉਂਦਾ ਹੈ, ਇਸ਼ਨਾਨ ਕਰਦਾ ਬੜੇ ਤਰੀਕੇ ਦੇ ਨਾਲ ਕਿ ਮੇਰਾ ਕਾਰਜ ਵੀ ਪੂਰਾ ਹੋ ਜਾਵੇ ਤੇ ਸਰਕਾਰ ਦੀਆਂ ਅੱਖਾਂ ਦੇ ਵਿੱਚ ਘੱਟਾ ਵੀ ਪੈ ਜਾਵੇ, ਉਹਨਾਂ ਨੂੰ ਪਤਾ ਵੀ ਨਾ ਲੱਗੇ ਤੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਦੇ ਦਰਸ਼ਨ ਕਰਕੇ ਫਿਰ ਮੈਂ ਆਪਣੇ ਜੰਗਲ ਬੇਲਿਆਂ ਜਾਂ ਜਥਿਆਂ ਦੇ ਵਿੱਚ ਜਾ ਸਕਾਂ। ਤੁਰਕਣ ਅੱਖੀ ਘਟਾ ਪਾਈ, ਤੁਰਕਣ ਅੱਖੀ ਘਟਾ ਪਾਈ। ਇਸ ਤਰੀਕੇ ਦੇ ਨਾਲ ਜਿਹੜੇ ਸਿੱਖ ਅੰਮ੍ਰਿਤਸਰ ਸਰੋਵਰ ਤੇ ਅੰਮ੍ਰਿਤਸਰ ਇਲਾਕੇ ਦੇ ਵਿੱਚ ਵਿਚਰਦੇ ਹਨ ਇੱਧਰ ਉੱਧਰ, ਉਹ ਇੱਕ ਰਾਤ ਬਰਾਤੇ ਆ ਕੇ ਤੁਰਕਾਂ ਦੀਆਂ ਅੱਖਾਂ ਵਿੱਚ ਘਟਾ ਪਾ ਕੇ ਰਾਤ ਬਰਾਤੇ ਇਸ਼ਨਾਨ ਕਰ ਜਾਂਦੇ ਹਨ। ਫਿਰ ਕਾਜੀ ਗੁੱਸਾ ਖਾਇਆ, ਤਾਂ ਫਿਰ ਕਾਜੀ ਗੁੱਸਾ ਖਾਇਆ। ਜਦੋਂ ਕਾਜੀ ਮੁੱਲਾ ਨੂੰ ਪੁੱਛਿਆ ਗਿਆ ਤਾਂ ਕਾਜੀਆਂ ਮੁੱਲਾ ਨੇ ਬੜਾ ਗੁੱਸਾ ਖਾਦਾ। ਫੌਜਦਾਰ ਵੀ ਫੌਜਦਾਰ ਨੂੰ ਵੀ ਕਾਜੀ ਦੇ ਬੜਾ ਗੁੱਸਾ ਹੋਇਆ ਕਿ ਏਡਾ ਵੱਡਾ ਪ੍ਰਬੰਧ ਹੋਵੇ ਫਿਰ ਵੀ ਸਿੱਖ ਇਸ਼ਨਾਨ ਕਰ ਜਾਣ, ਫਿਰ ਵੀ ਸਿੱਖ ਚਲੇ ਜਾਣ, ਕਿਉਂਕਿ ਜਦੋਂ ਸਿੱਖ ਇਸ਼ਨਾਨ ਕਰਕੇ ਜਾਂਦੇ ਹਨ ਤੇ ਨਿਸ਼ਾਨੀ ਵੱਲੋਂ ਜਕਾਰੇ ਛੱਡ ਕੇ ਜਾਂਦੇ ਕਿ ਖਾਲਸਾ ਜਿਹਨੂੰ ਤੁਸੀਂ ਰੋਕਣ ਦੀਆਂ ਕੋਸ਼ਿਸ਼ਾਂ ਕਰਦੇ ਜੇ, ਇੰਨਾ ਵੱਡਾ ਪ੍ਰਬੰਧ ਕੀਤਾ ਹੋਇਆ, ਖਾਲਸਾ ਇਸ਼ਨਾਨ ਕਰਕੇ ਜਾ ਰਿਹਾ ਜੇ। ਕਿਉਂਕਿ ਜਦੋਂ ਜਾਂਦੇ ਹਨ ਜਕਾਰੇ ਛੱਡ ਕੇ ਜਾਂਦੇ ਹਨ ਤੇ ਕਾਜੀ ਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ। ਡੇਰਾ ਬਹੁ ਫੌਜਨ ਕਾ ਕਰਾਇਆ, ਡੇਰਾ ਬਹੁ ਫੌਜਨ ਕਾ ਕਰਾਇਆ। ਤੇ ਕਾਜੀ ਨੇ ਫੌਜਦਾਰ ਨੇ ਕਹਿ ਕੇ
ਹੋਰ ਤਗੜਾ ਪ੍ਰਬੰਧ ਕਰਾ ਦਿੱਤਾ, ਹੋਰ ਵੀ ਫੌਜ ਲਾ ਦਿੱਤੀ ਤਾਂ ਜੋ ਕਿਸੇ ਵੀ ਹਾਲਤ ਵਿੱਚ ਸਿੱਖ ਨਾ ਆ ਸਕਣ। ਤਬ ਫੌਜਦਾਰ ਉਨ ਕੀਨੋ ਗਰਭ ਤਬ ਫੌਜਦਾਰ ਉਨ ਕੀਨੋ ਗਰਭ, ਤੇ ਜਿਹੜਾ ਉੱਥੋਂ ਦਾ ਫੌਜਦਾਰ ਸੀ ਜਿਹਦੀ ਅਗਵਾਈ ਦੇ ਵਿੱਚ ਸਾਰੀ ਫੌਜ ਤੈਨਾਤ ਕੀਤੀ ਹੋਈ ਸੀ, ਜਿਹਦੀ ਅਗਵਾਈ ਦੇ ਵਿੱਚ ਸਾਰਾ ਪ੍ਰਬੰਧ ਸੀ, ਜਿਹਦੀ ਅਗਵਾਈ ਦੇ ਵਿੱਚ ਸਿੱਖਾਂ ਨੂੰ ਰੋਕਿਆ ਗਿਆ ਸੀ, ਉਸ ਫੌਜਦਾਰ ਨੂੰ ਹੁਣ ਹੰਕਾਰ ਹੋ ਗਿਆ ਹੈ, ਉਹਨੂੰ ਮਾਣ ਹੋ ਗਿਆ ਆਪਣੀ ਤਾਕਤ ਉੱਤੇ ਕਿ ਹੁਣ ਜਿਹੜੇ ਸਿੱਖ ਅੰਮ੍ਰਿਤਸਰ ਨਹੀਂ ਆ ਸਕਦੇ, ਹੁਣ ਸਿੱਖ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਨਹੀਂ ਕਰ ਸਕਦੇ, ਕਿਉਂਕਿ ਹੁਣ ਸਾਡੀ ਸਖਤਾਈ ਜਾਰੀ ਹੈ, ਪ੍ਰਬੰਧ ਜ਼ਿਆਦਾ ਕਰ ਲਿਆ ਹੈ, ਫੌਜੀ ਬਿਠਾ ਦਿੱਤੇ ਹਨ, ਗੋਲੀਆਂ ਵਾਲੇ, ਤੀਰਾਂ ਵਾਲੇ, ਤਲਵਾਰਾਂ ਵਾਲੇ, ਨੇਜਿਆਂ ਵਾਲੇ, ਸਾਰੇ ਤਰੀਕਿਆਂ ਦੇ ਖਿਲਾਰੇ ਹੋ ਰਹੇ ਹਨ। ਤੇ ਹੁਣ ਇਸ ਚੀਜ਼ ਦਾ ਫੌਜਦਾਰ ਨੂੰ ਹੰਕਾਰ ਹੈ, ਮਾਣ ਹੈ ਕਿ ਏਡੇ ਵੱਡੇ ਪ੍ਰਬੰਧ ਦੇ ਵਿੱਚ ਤੇ ਕੋਈ ਇਸ਼ਨਾਨ ਨਹੀਂ ਕਰ ਸਕਦਾ। ਭੇਜਿਓ ਜਹ ਖਾਲਸਾ ਸਰਬ ਲਿਖ ਭੇਜਿਓ ਜਹ ਖਾਲਸਾ ਸਰਬਤ, ਆਪਣੀ ਤਾਕਤ ਨੂੰ ਅਜਮਾਉਣ ਵਾਸਤੇ ਅਤੇ ਹੰਕਾਰ ਦੇ ਵਿੱਚ ਆ ਕੇ ਉਹਨੇ ਫਿਰ ਇੱਕ ਚਿੱਠੀ ਸਿੱਖਾਂ ਦੇ ਵੱਲ ਲਿਖੀ ਹੈ, ਸਿੱਖਾਂ ਦੇ ਜਥਿਆਂ ਵੱਲ ਲਿਖ ਕੇ ਭੇਜੀ ਹੈ। ਤੁਮ ਸਿੰਘ ਕਹਾਇਓ ਸੂਰ ਬੜ ਔਰ ਕਹਾਵੋ ਗੁਰੂ ਕੇ ਲਾਲ। ਤੁਮ ਸਿੰਘ ਕਹਾਵੋ ਸੂਰ ਬੱਡ ਔਰ ਕਹਾਵੋ ਗੁਰੂ ਕੇ ਲਾਲ। ਉਸ ਚਿੱਠੀ ਦੇ ਵਿੱਚ ਫੌਜਦਾਰ ਨੇ ਲਿਖ ਕੇ ਭੇਜਿਆ ਹੈ ਕਿ ਤੁਸੀਂ ਆਪਣੇ ਆਪ ਨੂੰ ਬੜੇ ਵੱਡੇ ਸੂਰਮੇ ਕਹਾਉਂਦੇ ਜੇ, ਆਪਣੇ ਆਪ ਨੂੰ ਬਹੁਤ ਵੱਡੇ ਬਹਾਦਰ ਕਹਾਉਂਦੇ ਜੇ, ਆਪਣੇ ਆਪ ਨੂੰ ਗੁਰੂ ਕੇ ਲਾਲ ਕਹਾਉਂਦੇ ਜੇ, ਗੁਰੂ ਕਾ ਖਾਲਸਾ ਕਹਾਉਂਦੇ ਜੇ ਕਿ ਅਸੀਂ ਗੁਰੂ ਦੇ ਲਾਲ, ਗੁਰੂ ਦਾ ਖਾਲਸਾ ਸ਼ੇਰ ਹਾਂ, ਬੜੇ ਬਹਾਦਰ ਹਾਂ, ਬੜੀ ਤਾਕਤ ਵਾਲੇ ਹਾਂ। ਜਾਣੋ ਮੈਂ ਸੂਰਮੇ ਆਏ ਨਾਵੋ ਅੰਮ੍ਰਿਤਸਰ ਚਾਲ। ਤਾਂ ਜਾਣੋ ਮੈਂ ਸੂਰਮੇ ਆਏ ਨਾਵੋ ਅੰਮ੍ਰਿਤਸਰ ਚੱਲ। ਉਸ ਫੌਜਦਾਰ ਨੇ ਲਿਖ ਕੇ ਭੇਜਿਆ ਹੈ ਚਿੱਠੀ ਦੇ ਵਿੱਚ, ਇਹ ਤੁਸੀਂ ਕਹਿ ਰਹੇ ਜੇ ਕਿ ਅਸੀਂ ਸੂਰਮੇ ਹਾਂ, ਸ਼ੇਰ ਹਾਂ, ਗੁਰੂ ਕੇ ਲਾਲ ਹਾਂ, ਬਹਾਦਰ ਹਾਂ, ਨਾ ਡਰਦੇ ਹਾਂ ਨਾ ਡਰਾਉਂਦੇ ਹਾਂ, ਇਹ ਤੁਸੀਂ ਕਹਿ ਰਹੇ ਜੇ, ਪਰ ਮੈਂ ਤੁਹਾਡੇ ਕਹੇ ਤੇ ਯਕੀਨ ਨਹੀਂ ਕਰਦਾ। ਮੈਂ ਤੁਹਾਨੂੰ ਤਾਂ ਸੂਰਮਾ ਮੰਨਾਂਗਾ, ਤੁਹਾਨੂੰ ਤਾਂ ਬਹਾਦਰ ਮੰਨਾਂਗਾ, ਯੋਧਾ ਤਾਂ ਮੰਨਾਂਗਾ, ਤਾਂ ਤੁਹਾਨੂੰ ਮੰਨਾਂਗਾ ਕਿ ਵਾਕਈ ਤੁਸੀਂ ਗੁਰੂ ਕੇ ਲਾਲ ਜੇ, ਗੁਰੂ ਦੇ ਬਚਨਾਂ ਤੇ ਪਹਿਰਾ ਦੇਣ ਵਾਲੇ ਜੇ, ਗੁਰੂ ਦਾ ਖਾਲਸਾ ਜੇ। ਜੋ ਜਾਣੋ ਮੈਂ ਸੂਰਮੇ ਨਾਵੋ ਅੰਮ੍ਰਿਤਸਰ ਚਾਲ। ਜੇ ਤੁਸੀਂ ਅੰਮ੍ਰਿਤਸਰ ਆ ਕੇ ਇਸ਼ਨਾਨ ਕਰਕੇ ਚਲੇ ਜਾਵੋ, ਉਹ ਵੀ ਦਿਨੇ, ਰਾਤ ਨੂੰ ਨਹੀਂ, ਦਿਨੇ ਇਸ਼ਨਾਨ ਕਰਕੇ ਜਾਵੋ ਤੇ ਪਤਾ ਤੁਹਾਡਾ ਫਿਰ ਲੱਗੇਗਾ ਕਿ ਕਿੱਡੇ ਵੱਡੇ ਸੂਰਮੇ ਜੇ, ਕਿਉਂਕਿ ਰਾਤ ਨੂੰ ਤੁਸੀਂ ਇਸ਼ਨਾਨ ਕਰਕੇ ਜਾਂਦੇ ਜੇ, ਸਾਡੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਚੱਲ ਜਾਂਦੇ, ਸਾਨੂੰ ਪਤਾ ਨਹੀਂ ਲੱਗਦਾ। ਨਾਲੇ ਸਾਨੂੰ ਕੀ ਪਤਾ ਹੈ ਕਿ ਤੁਸੀਂ ਇਸ਼ਨਾਨ ਕਰਕੇ ਜਾਂਦੇ ਜਾਂ ਹੋਰ ਕੋਈ ਕਰਕੇ ਜਾਂਦਾ ਹੈ, ਇਸ ਗੱਲ ਦਾ ਸਾਨੂੰ ਨਾਲੇ ਪਤਾ ਨਹੀਂ ਲੱਗਦਾ। ਜੇ ਵਾਕਈ ਹੀ ਤੁਸੀਂ ਗੁਰੂ ਕੇ ਸੂਰਮੇ ਜੇ, ਗੁਰੂ ਕਾ ਖਾਲਸਾ ਜੇ, ਤਾਂ ਫਿਰ ਐ ਕਰੋ, ਆਪਣੇ ਆਪ ਨੂੰ ਸਾਬਤ ਕਰਨ ਵਾਸਤੇ, ਆਪਣੇ ਆਪ ਦਾ ਸਾਬਤ ਕਰਨ ਵਾਸਤੇ ਕਿ ਅਸੀਂ ਗੁਰੂ ਕੇ ਸਿੱਖ ਹਾਂ, ਗੁਰੂ ਦੇ ਸੂਰਮੇ ਹਾਂ, ਫਿਰ ਦਿਨੇ ਦਰਾਡੇ ਆ ਕੇ ਇਸ਼ਨਾਨ ਕਰਕੇ ਜਾਓ ਤੇ ਸਬੂਤ ਦੇ ਕੇ ਜਾਓ ਕਿ ਵਾਕਈ ਗੁਰੂ ਕਾ ਖਾਲਸਾ ਕਿਸੇ ਤੋਂ ਡਰਦਾ ਨਹੀਂ ਹੈ, ਕਿਸੇ ਦਾ ਮੁਹਤਾਜ ਨਹੀਂ ਹੈ, ਕਿਸੇ ਦੀ ਗੁਲਾਮੀ ਨਹੀਂ ਕਰਦਾ, ਕੇਵਲ ਗੁਰੂ ਤੋਂ ਇਲਾਵਾ ਕਿਸੇ ਅੱਗੇ ਝੁਕਦਾ ਨਹੀਂ ਹੈ। ਇਸ ਚੀਜ਼ ਦਾ ਪ੍ਰੂਫ ਦੇ ਕੇ ਜਾਓ, ਇਸ਼ਨਾਨ ਕਰਕੇ ਜਾਓ, ਤਾਂ ਤੁਹਾਨੂੰ ਮੈਂ ਸੂਰਮਾ ਮੰਨਾਂਗਾ, ਵਰਨਾ ਤੁਹਾਡੇ ਕਹਿਣ ਦੇ ਅਨੁਸਾਰ ਮੈਂ ਤੁਹਾਨੂੰ ਸੂਰਮਾ ਬਹਾਦਰ ਗੁਰੂ ਕਾ ਲਾਲ ਨਹੀਂ ਮੰਨਦਾ। ਸੁਣਤ ਖਾਲਸੋ ਸਭ ਚੁੱਪ ਰਹਿਓ। ਸੁਣਤ ਖਾਲਸੋ ਸਭ ਚੁੱਪ ਰਹਿਓ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਹਲਕਾਰੇ ਨੂੰ ਚਿੱਠੀ ਲੈ ਕੇ ਭੇਜ ਦਿੱਤਾ ਹੈ ਖਾਲਸੇ ਦੇ ਕੋਲ, ਤੇ ਉਹ ਹਲਕਾਰਾ ਜਿਹੜਾ ਹੈ ਖਾਲਸੇ ਦੇ ਕੋਲ ਚਿੱਠੀ ਲੈ ਕੇ ਆਇਆ ਹੈ। ਤੇ ਜਦੋਂ ਖਾਲਸੇ ਨੇ ਚਿੱਠੀ ਨੂੰ ਪੜ੍ਹਿਆ ਤੇ ਸੁਣਿਆ ਹੈ, ਸਾਰਾ ਖਾਲਸਾ ਇੱਕ ਵਾਰੀ ਚੁੱਪ ਕਰ ਗਿਆ ਹੈ, ਸਾਰਾ ਖਾਲਸਾ ਇੱਕ ਵਾਰੀ ਚੁੱਪ ਵੱਟ ਗਿਆ ਹੈ, ਕਿਉਂਕਿ ਹਰੇਕ ਚੀਜ਼ ਦੀ ਨੀਤੀ ਹੁੰਦੀ ਹੈ, ਰਾਜਨੀਤੀ ਇਹ ਹੁੰਦੀ ਹੈ ਕਿ ਜਦੋਂ ਵੀ ਕੋਈ ਚੀਜ਼ ਦਾ ਕੰਮ ਕਰਨਾ ਹੋਵੇ, ਕਿਸੇ ਨੂੰ ਜਵਾਬ ਦੇਣਾ ਹੋਵੇ ਕਿ ਸੋਚ ਸਮਝ ਕੇ ਦੇਣਾ ਚਾਹੀਦਾ ਹੈ, ਕਿਉਂਕਿ ਰਾਜਨੀਤੀ ਦਾ ਮਤਲਬ ਹੀ ਇਹ ਹੈ
ਕਿ ਜਿਹੜੀ ਵੀ ਚਾਲ ਚੱਲਣੀ ਹੈ ਉਸ ਚਾਲ ਨੂੰ ਇਸ ਢੰਗ ਤਰੀਕੇ ਨਾਲ ਚੱਲੋ ਕਿ ਕਿਸੇ ਨੂੰ ਸਮਝ ਵੀ ਨਾ ਲੱਗੇ, ਤੁਹਾਡਾ ਕਾਰਜ ਵੀ ਹੋ ਜਾਵੇ ਤੇ ਅਗਲੇ ਦਾ ਮੂੰਹ ਵੀ ਕਾਲਾ ਹੋ ਜਾਵੇ। ਇਹਨੂੰ ਰਾਜਨੀਤੀ ਕਹਿੰਦੇ ਆ। ਜਦੋਂ ਸਿੱਖਾਂ ਨੇ ਚਿੱਠੀ ਨੂੰ ਸੁਣਿਆ, ਚਿੱਠੀ ਨੂੰ ਪੜ੍ਹਿਆ ਤੇ ਖਾਲਸਾ ਇੱਕ ਵਾਰੀ ਚੁੱਪ ਕਰ ਗਿਆ ਹੈ। ਕਿਸ ਕੋ ਉੱਤਰ ਕਿਨੇ ਨ ਕਹਿਓ, ਉਸ ਕਿਸ ਕੋ ਉੱਤਰ ਕਿਨੇ ਨਾ ਕਹਿਓ, ਕਿਸੇ ਨੇ ਵੀ ਇਸ ਗੱਲ ਦਾ ਜਿਹੜਾ ਪਹਿਲਾ ਉੱਤਰ ਨਹੀਂ ਦਿੱਤਾ। ਤਬ ਸੁਖਾ ਸਿੰਘ ਬੋਲ ਸੁਨਾਇਆ, ਤਬ ਸੁੱਖਾ ਸਿੰਘ ਬੋਲ ਸੁਨਾਇਆ। ਜਦੋਂ ਫਿਰ ਖਾਲਸੇ ਨੇ ਇਸ ਚੀਜ਼ ਨੂੰ ਵਿਚਾਰਿਆ ਹੈ, ਇਸ ਚੀਜ਼ ਨੂੰ ਗੁਰੂ ਖਾਲਸੇ ਨੇ ਸਾਰਿਆਂ ਨਾਲ ਸਾਂਝਾ ਕੀਤਾ ਹੈ, ਵਿਚਾਰ ਕੀਤੀ ਗਈ ਤੇ ਵਿਚਾਰ ਕਰਨ ਤੋਂ ਬਾਅਦ ਫਿਰ ਭਾਈ ਸੁੱਖਾ ਸਿੰਘ ਉੱਤਰ ਦਿੰਦਾ ਹੈ। ਫਿਰ ਭਾਈ ਸੁੱਖਾ ਸਿੰਘ ਜਵਾਬ ਦਿੰਦਾ ਹੈ ਉਸ ਹਲਕਾਰੇ ਨੂੰ ਕਿ ਜਾ ਕੇ ਕਹਿ ਦੇ ਫੌਜਦਾਰ ਨੂੰ ਕਿ ਜਿਹੜੀ ਤੂੰ ਚਿੱਠੀ ਭੇਜੀ ਹੈ ਉਹਦਾ ਉੱਤਰ ਖਾਲਸੇ ਨੇ ਆ ਭੇਜਿਆ ਹੈ। ਫਿਰ ਭਾਈ ਸੁੱਖਾ ਸਿੰਘ ਉਹ ਕੀ ਜਵਾਬ ਦਿੰਦਾ ਹੈ ਅਤੇ ਉਹ ਕੀ ਚਿੱਠੀ ਵਿੱਚ ਲਿਖ ਕੇ ਭੇਜਦਾ ਹੈ, ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੁੰਦੀਆਂ ਨੇ, ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।